जी सत श्री अकाल दोस्तों, थोड़ा साਰਿਆਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਕਰਾਂਗੇ ਐਫਸੀਆਈ ਵਾਚਮੈਨ ਦੇ ਜੀਕੇ ਦੇ ਮੋਸਟ ਇੰਪੋਰਟੈਂਟ ਕੁਐਸਚਨਸ। ਇਹਦੇ ਵਿੱਚ ਜੀਕੇ ਦੇ ਪਿਛਲੇ ਸਾਲ ਦੇ ਪ੍ਰਸ਼ਨ ਵੀ ਹੋਣਗੇ ਤੇ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਹੀ ਪੇਪਰ ਵਿੱਚ ਦੇਖਣ ਨੂੰ ਮਿਲਣਗੇ। ਠੀਕ ਆ ਜੀ, ਇਸ ਕਰਕੇ ਸਾਰੇ ਸਟੂਡੈਂਟਾਂ ਨੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਇੱਕ ਗੱਲ ਨੋਟ ਕਰਿਓ, ਜਿਹੜੀ ਤੁਹਾਨੂੰ ਆਉਣੀ ਹੈਗੀ ਜੀਕੇ ਉਹ ਜ਼ਰੂਰ ਤੁਹਾਨੂੰ ਥੋੜੀ ਜਿਹੀ ਔਖੀ ਆ ਸਕਦੀ ਹੈਗੀ, ਕਿਉਂਕਿ ਜੀਕੇ ਆਉਣੀ ਹੈਗੀ ਇੰਡੀਆ ਲੈਵਲ ਤੇ। ਠੀਕ ਆ ਜੀ, ਇੰਡੀਆ ਲੈਵਲ ਤੇ ਜੀਕੇ ਕਾफ़ी ਜ਼ਿਆਦਾ ਹੋ ਜਾਂਦੀ ਹੈਗੀ, ਇਸ ਕਰਕੇ ਜੀਕੇ ਤੇ ਕਰੰਟ ਅਫੇਅਰ ਨੂੰ ਡੇਲੀ ਬੇਸਿਸ ਤੇ ਪੜ੍ਹਿਆ ਕਰੋ। ਜੀਕੇ ਤੇ ਕਰੰਟ ਅਫੇਅਰ ਨੂੰ ਰੋਜ਼ ਦੀ ਰੋਜ਼ ਪੜ੍ਹਿਆ ਕਰੋ ਜੇ ਪੇਪਰ ਵਿੱਚੋਂ ਵਧੀਆ ਨੰਬਰ ਲੈਣੇ। ਠੀਕ ਆ ਜੀ, ਤਾਂ ਚਲੋ ਜੀ ਫਿਰ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਹਾਂਜੀ, ਪਹਿਲਾ ਪ੍ਰਸ਼ਨ ਦੇਖੋ ਜੀ, ਸੰਸਾਰ ਵਿੱਚ ਖੇਤਰਫਲ ਪੱਖੋਂ ਚੀਨ ਦਾ ਸਥਾਨ ਕਿਹੜਾ ਹੈ? ਹਾਂਜੀ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਤੀਸਰਾ ਸਥਾਨ ਆ। ਠੀਕ ਹੈ, ਚੀਨ ਦਾ। ਚੀਨ ਇੱਕ ਬਹੁਤ ਹੀ ਛੋਟਾ ਜਿਹਾ ਦੇਸ਼ ਹੁੰਦਾ ਸੀਗਾ, ਪਰ ਇਹਦੀ ਆਸ ਕੀ ਰਹਿੰਦੀ ਹੈਗੀ? ਚੀਨ ਦੀ ਆਸ ਰਹਿੰਦੀ ਹੈ ਵੀ ਕਿਸ ਤਰ੍ਹਾਂ ਦੂਸਰੇ ਦੇਸ਼ਾਂ ਦੇ ਥਾਵਾਂ ਨੂੰ ਦੱਬਿਆ ਜਾਵੇ। ਇੱਥੇ ਇਹਨੇ ਤਿੱਬਤ ਨੂੰ ਦੱਬ ਲਿਆ ਸੀਗਾ, ਮੰਗੋਲੀਆ ਦਾ ਕਾफ़ੀ ਜ਼ਿਆਦਾ ਇਲਾਕਾ ਦੱਬਿਆ ਹੋਇਆ ਚੀਨ ਨੇ, ਅਤੇ ਬਾਕੀ ਆਪਣਾ ਹਾਂਗਕਾਂਗ ਹੋ ਗਿਆ, ਅਤੇ ਕਸ਼ਮੀਰ ਦਾ ਜਿਹੜਾ ਪਾਕਿਸਤਾਨ ਕਣੀ ਉਹ ਇਲਾਕਾ ਉਹ ਵੀ ਕਾफ़ੀ ਜ਼ਿਆਦਾ ਚੀਨ ਕੋਲ ਆ। ਠੀਕ ਆ ਜੀ, ਅਤੇ ਬਾਕੀ ਹੁਣ ਵੀ ਕਾफ़ੀ ਜ਼ਿਆਦਾ ਅੰਦਰ ਆਇਆ ਹੋਇਆ ਹੈਗਾ ਲਦਾਖ ਵਿੱਚ। ਠੀਕ ਆ ਜੀ, ਲਦਾਖ ਦਾ ਕਾफ़ੀ ਜ਼ਿਆਦਾ ਏਰੀਆ ਦੱਬ ਲਿਆ ਚੀਨ ਨੇ। ਇਹ ਆਪਣੀ ਸਰਕਾਰ ਮੰਨਦੀ ਨਹੀਂ ਹੈਗੀ, ਪਰ ਇਹ ਵੀ ਦੱਬ ਲਿਆ। ਠੀਕ ਆ ਜੀ, ਇਸ ਤਰ੍ਹਾਂ ਕਰ ਕਰਕੇ ਚੀਨ ਤੀਜੇ ਨੰਬਰ 'ਤੇ ਆ ਗਿਆ। ਤਾਂ ਤੀਸਰੇ ਨੰਬਰ 'ਤੇ ਹੈਗਾ ਚੀਨ, ਪਹਿਲੇ ਨੰਬਰ 'ਤੇ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈਗਾ ਗਾ ਰਸੀਆ ਰੂਸ, ਦੂਸਰੇ ਨੰਬਰ 'ਤੇ ਹੈਗਾ ਕੈਨੇਡਾ, ਅਤੇ ਤੀਸਰੇ ਨੰਬਰ 'ਤੇ ਚਾਈਨਾ, ਅਤੇ ਚੌਥੇ ਨੰਬਰ 'ਤੇ ਹੈਗਾ ਆਪਣਾ ਅਮਰੀਕਾ। ਠੀਕ ਆ ਜੀ, ਚੌਥੇ ਨੰਬਰ 'ਤੇ ਹੈਗਾ ਅਮੈਰੀਕਾ, ਅਤੇ ਪੰਜਵੇਂ ਨੰਬਰ 'ਤੇ ਹੈਗਾ ਬ੍ਰਾਜ਼ੀਲ। ਪੰਜਵੇਂ ਨੰਬਰ 'ਤੇ ਬ੍ਰਾਜ਼ੀਲ, ਅਤੇ ਛੇਵੇਂ ਨੰਬਰ 'ਤੇ ਹੈਗਾ ਆਪਣਾ ਆਸਟ੍ਰੇਲੀਆ। ਠੀਕ ਆ ਜੀ, ਛੇਵੇਂ ਨੰਬਰ 'ਤੇ ਆਸਟ੍ਰੇਲੀਆ, ਅਤੇ ਸੱਤਵੇਂ ਨੰਬਰ 'ਤੇ ਹੈਗਾ ਗਾ ਇੰਡੀਆ। ਸਭ ਨੂੰ ਪਤਾ ਹੀ ਹੋਣਾ। ਤਾਂ ਸੱਤਵੇਂ ਨੰਬਰ 'ਤੇ ਹੈਗਾ ਆਪਣਾ ਭਾਰਤ, ਅਤੇ ਭਾਰਤ ਦਾ ਖੇਤਰਫਲ ਕਿੰਨਾ ਗਾ? ਭਾਰਤ ਦਾ ਖੇਤਰਫਲ ਹੈਗਾ ਗਾ 32,87,263 ਸਕੁਅਰ ਕਿਲੋਮੀਟਰ। ਠੀਕ ਆ ਜੀ, ਇਹ ਵੀ ਨੋਟ ਕਰ ਲਓ, ਕਿੰਨਾ ਗਾ? 32,87,263 ਸਕੁਅਰ ਕਿਲੋਮੀਟਰ। ਇਹ ਸਾਰੀਆਂ ਗੱਲਾਂ ਨੂੰ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 2 ਦੇਖੋ, DRDO ਦੀ ਸਥਾਪਨਾ ਕਦੋਂ ਹੋਈ? ਹਾਂਜੀ, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ, ਇਹਦੀ ਸਥਾਪਨਾ ਹੋਈ ਸੀਗੀ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ, 1958 ਵਿੱਚ ਹੋਈ ਸੀ। ਠੀਕ ਆ ਜੀ, ਅਤੇ DRDO ਦੇ ਵਰਤਮਾਨ ਜਿਹੜੇ ਚੇਅਰਮੈਨ ਨੇਗੇ ਉਹ ਕੌਣ ਨੇਗੇ? ਮੌਜੂਦਾ ਚੇਅਰਮੈਨ ਉਹ ਨੇਗੇ ਸਤੀਸ਼ ਰੈਡੀ। ਠੀਕ ਆ ਜੀ, ਇਹ ਵੀ ਨੋਟ ਕਰ ਲਓ, ਸਤੀਸ਼ ਰੈਡੀ ਨੇ ਜਿਹੜੇ ਇਹ DRDO ਦੇ ਵਰਤਮਾਨ ਚੇਅਰਮੈਨ ਨੇਗੇ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 3 ਦੇਖੋ, ਕਿਸ ਸੰਵਿਧਾਨ ਸੰਸ਼ੋਧਨ ਦੇ ਅੰਤਰਗਤ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਜੋੜਿਆ ਗਿਆ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈਗਾ। ਹਾਂਜੀ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ, 1976 ਵਿੱਚ ਜਿਹੜਾ ਸੰਵਿਧਾਨ ਸੰਸ਼ੋਧਨ ਹੋਇਆ ਸੀਗਾ, 42ਵਾਂ ਸੰਵਿਧਾਨ ਸੰਸ਼ੋਧਨ। ਠੀਕ ਆ ਜੀ, ਇੱਕ ਪ੍ਰਸ਼ਨ ਆਉਂਦਾ ਹੁੰਦਾ ਗਾ, ਮਿਨੀ ਸੰਵਿਧਾਨ ਕਿਸ ਨੂੰ ਕਿਹਾ ਜਾਂਦਾ? ਮਿਨੀ ਸੰਵਿਧਾਨ ਕਿਹਾ ਜਾਂਦਾ ਗਾ 42ਵੇਂ ਸੰਵਿਧਾਨ ਸੰਸ਼ੋਧਨ। ਠੀਕ ਆ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ 42ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਜੋੜਿਆ ਗਿਆ ਸੀਗਾ। ਉਹਨਾਂ ਵਿੱਚੋਂ ਮੌਲਿਕ ਕਰਤੱਵ ਵੀ ਇੱਕ ਸੀਗੇ, ਫੰਡਾਮੈਂਟਲ ਡਿਊਟੀਜ਼ ਵੀ ਇੱਕ ਸੀਗੀਆਂ, ਅਤੇ ਮੌਲਿਕ ਕਰਤੱਵਾਂ ਨੂੰ ਜੋੜਿਆ ਤਾਂ ਗਿਆ ਸੀ, ਅਤੇ ਰੱਖਿਆ ਕਿੱਥੇ ਗਿਆ ਗਾ? ਰੱਖਿਆ, ਜੇ ਆਪਾਂ ਭਾਗ ਦੀ ਗੱਲ ਕਰੀਏ ਸੰਵਿਧਾਨ ਦੇ, ਤਾਂ 4A ਭਾਗ ਵਿੱਚ ਰੱਖਿਆ ਗਿਆ। ਠੀਕ ਆ ਜੀ, 4A ਭਾਗ ਵਿੱਚ ਰੱਖਿਆ ਗਿਆ। ਜੇ ਆਰਟੀਕਲ ਦੀ ਗੱਲ ਕਰੀਏ 51A ਆਰਟੀਕਲ ਵਿੱਚ ਰੱਖਿਆ ਗਿਆ। ਠੀਕ ਆ ਜੀ, ਇਹ ਵੀ ਨੋਟ ਕਰ ਲਓ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਜੇ ਭਾਗ ਦੀ ਗੱਲ ਕਰੀਏ 4A ਭਾਗ ਵਿੱਚ, ਜੇ ਆਪਾਂ ਆਰਟੀਕਲ ਦੀ ਗੱਲ ਕਰੀਏ 51A ਆਰਟੀਕਲ ਵਿੱਚ ਰੱਖਿਆ ਗਿਆ। ਠੀਕ ਆ ਜੀ, ਸਾਰੀਆਂ ਗੱਲਾਂ ਨੂੰ ਨੋਟ ਕਰ ਲੈਣਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 4 ਦੇਖੋ, ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ? ਹਾਂਜੀ, ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀਗਾ 8 ਅਗਸਤ 1942। ਠੀਕ ਆ ਜੀ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ, ਅਤੇ ਸਭ ਨੂੰ ਪਤਾ ਹੀ ਹੋਣਾ ਗਾ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀ। ਠੀਕ ਆ ਜੀ, ਅਤੇ ਮਹਾਤਮਾ ਗਾਂਧੀ ਨੇ ਇੱਕ ਸਲੋਗਨ ਦਿੱਤਾ ਸੀਗਾ ਭਾਰਤ ਛੱਡੋ ਅੰਦੋਲਨ ਦਾ। ਕੀ ਸੀਗਾ ਉਹ ਨਾਅਰਾ? ਕਰੋ ਜਾਂ ਮਰੋ। ਠੀਕ ਆ ਜੀ, ਕਰੋ ਜਾਂ ਮਰੋ, ਇਹ ਵੀ ਨੋਟ ਕਰ ਲੈਣਾ। ਇਹ ਮਹਾਤਮਾ ਗਾਂਧੀ ਨੇ ਦਿੱਤਾ ਸੀਗਾ ਭਾਰਤ ਛੱਡੋ ਅੰਦੋਲਨ ਦਾ ਨਾਅਰਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 5 ਦੇਖੋ, ਨੈਸ਼ਨਲ ਯੂਥ ਡੇ ਕਦੋਂ ਮਨਾਇਆ ਜਾਂਦਾ ਹੈ? ਹਾਂਜੀ, ਨੈਸ਼ਨਲ ਯੂਥ ਡੇ ਆਪਣਾ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ, 12 ਜਨਵਰੀ ਨੂੰ ਮਨਾਇਆ ਜਾਂਦਾ। ਠੀਕ ਆ ਜੀ, ਕੀ ਹੁੰਦਾ 12 ਜਨਵਰੀ ਨੂੰ? ਸਵਾਮੀ ਵਿਵੇਕਾਨੰਦ ਬਹੁਤ ਹੀ ਵੱਡੇ ਵਿਦਵਾਨ ਹੋਏ ਹੈਗੇ, ਉਹਨਾਂ ਦਾ ਜਨਮ ਦਿਨ ਹੁੰਦਾ। ਠੀਕ ਆ ਜੀ, 12 ਜਨਵਰੀ ਨੂੰ ਇਸ ਦਿਨ ਮਨਾਇਆ ਜਾਂਦਾ ਗਾ ਨੈਸ਼ਨਲ ਯੂਥ ਡੇ। ਅਤੇ 14 ਨਵੰਬਰ ਤਾਂ ਸਭ ਨੂੰ ਪਤਾ ਹੀ ਹੋਣਾ ਗਾ ਚਿਲਡਰਨ ਡੇ। ਠੀਕ ਆ ਜੀ, ਚਿਲਡਰਨ ਡੇ ਕਦੋਂ ਮਨਾਇਆ ਜਾਂਦਾ ਗਾ? 14 ਨਵੰਬਰ ਨੂੰ। ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਦਾ ਜਨਮ ਦਿਨ ਹੁੰਦਾ। ਠੀਕ ਆ ਜੀ, ਅਤੇ 23 ਜਨਵਰੀ ਨੂੰ ਕੀ ਹੁੰਦਾ? 23 ਜਨਵਰੀ ਨੂੰ ਹੁੰਦਾ ਗਾ ਪਰਾਕਰਮ ਦਿਵਸ। 23 ਜਨਵਰੀ ਹੁੰਦਾ ਕੀ ਹੁੰਦਾ ਗਾ? ਪਰਾਕਰਮ ਦਿਵਸ। ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਦਾ ਜਨਮ ਦਿਨ ਹੁੰਦਾ। ਠੀਕ ਆ ਜੀ, 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਦਾ ਜਨਮ ਦਿਨ ਹੁੰਦਾ ਗਾ। ਉਹਨਾਂ ਦੇ ਜਨਮ ਦਿਨ 'ਤੇ ਪਰਾਕਰਮ ਦਿਵਸ ਮਨਾਇਆ ਜਾਂਦਾ। ਠੀਕ ਆ ਜੀ, ਇਹ ਵੀ ਨੋਟ ਕਰ ਲਓ ਸਾਰੀਆਂ ਗੱਲਾਂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 6 ਦੇਖੋ, ਇਸਰੋ ਵਿੱਚ ਐਸ ਦਾ ਕੀ ਮਤਲਬ ਹੈ? ਹਾਂਜੀ, ਇਸਰੋ ਦੀ ਫੁੱਲ ਫਾਰਮ ਦੇਖੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਤਾਂ ਇਸ ਦਾ ਕੀ ਮਤਲਬ ਹੈਗਾ? ਸਪੇਸ ਆ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ। ਅਤੇ ਇਸਰੋ ਦੀ ਸਥਾਪਨਾ ਕਦੋਂ ਹੋਈ ਸੀਗੀ? 15 ਅਗਸਤ 1969 ਨੂੰ ਹੋਈ ਸੀ। ਠੀਕ ਆ ਜੀ, ਇਹ ਵੀ ਨੋਟ ਕਰ ਲਓ। ਅਤੇ ਮੌਜੂਦਾ ਚੇਅਰਮੈਨ ਕੌਣ ਨੇਗੇ ਇਸਰੋ ਦੇ? KV ਸਵਾਨ ਨੇ। ਠੀਕ ਆ ਜੀ, ਕੌਣ ਨੇਗੇ? KV ਸਵਾਨ, ਤੁਸੀਂ ਸੁਣਿਆ ਵੀ ਹੋਣਾ ਇਹਨਾਂ ਬਾਰੇ।
ਜਦੋਂ ਚੰਦਰਯਾਨ 2 ਦੀ ਖਬਰ ਸੁਣੀ ਹੋਣੀ ਤੁਸੀਂ, ਉਦੋਂ ਇਹਨਾਂ ਬਾਰੇ ਸੁਣਿਆ ਹੋਣਾ। ਠੀਕ ਆ ਜੀ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 7 ਦੇਖੋ, ਦੂਸਰਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ? ਹਾਂਜੀ, ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀਗਾ 1 ਸਤੰਬਰ 1939 ਨੂੰ। ਠੀਕ ਆ ਜੀ। 1 ਸਤੰਬਰ 1939 ਨੂੰ ਸ਼ੁਰੂ ਹੋਇਆ ਸੀਗਾ ਅਤੇ 2 ਸਤੰਬਰ 1945 ਨੂੰ ਖਤਮ ਹੋ ਗਿਆ ਸੀ। ਠੀਕ ਆ ਜੀ। 1939 ਤੋਂ 1945 ਤੱਕ ਚੱਲਿਆ ਸੀ। ਅਤੇ ਪਹਿਲਾਂ ਕਦੋਂ ਹੋਇਆ ਸੀ? 14 ਤੋਂ ਸ਼ੁਰੂ ਹੋਇਆ ਸੀ ਅਤੇ 18 ਤੱਕ ਖਤਮ ਹੋ ਗਿਆ ਸੀ। ਠੀਕ ਹੈ ਜੀ, ਪਹਿਲਾ ਵਿਸ਼ਵ ਯੁੱਧ। ਇਹ ਵੀ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 8 ਦੇਖੋ, ਕਸਤੂਰਬਾ ਗਾਂਧੀ ਦੀ ਮੌਤ ਕਿੱਥੇ ਹੋਈ? ਪਹਿਲਾਂ ਦੇਖੋ, ਕਸਤੂਰਬਾ ਗਾਂਧੀ ਹੈ ਕੌਣ ਸੀ? ਇਹ ਮਹਾਤਮਾ ਗਾਂਧੀ ਦੀ ਪਤਨੀ ਸੀ। ਠੀਕ ਆ ਜੀ। ਇਹਨਾਂ ਦੀ ਮੌਤ ਹੋ ਗਈ ਸੀਗੀ 1944 ਵਿੱਚ। ਇਹ ਹੋਈ ਸੀਗੀ ਆਗਾ ਖਾਨ ਮਹਿਲ ਪੂਨੇ। ਠੀਕ ਆ ਜੀ। ਇੱਕ ਆਗਾ ਖਾਨ ਪੈਲੇਸ ਆ ਗਈ ਪੂਨੇ ਵਿੱਚ, ਉੱਥੇ ਹੋਈ ਸੀਗੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 9 ਦੇਖੋ, ਆਸਟ੍ਰੇਲੀਆ ਦੀ ਰਾਜਧਾਨੀ ਕਿਹੜੀ ਹੈ? ਸਭ ਨੂੰ ਪਤਾ ਹੀ ਹੋਣਾ ਇਹ ਤਾਂ, ਕੈਨਬਰਾ। ਠੀਕ ਆ ਜੀ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ। ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਹੈਗੀ। ਅਤੇ ਵਾਸ਼ਿੰਗਟਨ ਕਿਹਦੀ ਰਾਜਧਾਨੀ ਹੈਗੀ? ਸਭ ਨੂੰ ਪਤਾ ਹੋਣਾ ਕਿਹਦੀ ਹੈਗੀ? ਅਮਰੀਕਾ ਦੀ। ਠੀਕ ਆ ਜੀ। ਪੂਰਾ ਨਾਮ ਕੀ ਹੈਗਾ? ਵਾਸ਼ਿੰਗਟਨ DC ਆ। ਠੀਕ ਆ ਜੀ। ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਹੈਗੀ। ਅਤੇ ਸਿਡਨੀ ਅਤੇ ਮੈਲਬਰਨ ਇਹ ਅਮਰੀਕਾ ਦੇ ਆਸਟ੍ਰੇਲੀਆ ਦੇ ਸ਼ਹਿਰ ਨੇ। ਠੀਕ ਆ ਜੀ। ਇਹ ਵੀ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ। ਪਹਿਲਾ ਭਾਰਤੀ ਜਿਸ ਨੇ ਅੰਤਰਿਕਸ਼ ਯਾਤਰਾ ਕੀਤੀ? ਹਾਂਜੀ, ਸਭ ਨੂੰ ਪਤਾ ਹੀ ਹੋਣਾਗਾ, ਤੁਸੀਂ 9ਵੀਂ ਜਾਂ ਫਿਰ 10ਵੀਂ ਵਿੱਚ ਪੜ੍ਹਿਆ ਹੋਣਾਗਾ। ਰਾਕੇਸ਼ ਸ਼ਰਮਾ ਕੀਤੀ ਸੀ 1984 ਵਿੱਚ। ਠੀਕ ਆ ਜੀ। ਸਭ ਨੂੰ ਪਤਾ ਹੀ ਹੋਣਾ ਇਹ ਤਾਂ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 11 ਦੇਖੋ, ਭਾਰਤ ਦਾ ਫੋਰੈਸਟ ਰਿਸਰਚ ਇੰਸਟੀਟਿਊਸ਼ਨ ਕਿੱਥੇ ਸਥਿਤ ਹੈ? ਹਾਂਜੀ, ਇਹ ਸਥਿਤ ਹੈਗਾ ਆਪਣਾ ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਆ ਜਾਊਗਾ, ਦੇਹਰਾਦੂਨ ਵਿੱਚ। ਠੀਕ ਆ ਜੀ। ਇੱਕ ਦੇਹਰਾਦੂਨ ਵਿੱਚ ਹੋਰ ਵੀ ਸਥਿਤ ਹੈਗਾ, ਉਹ ਕਿਹੜਾ ਹੈਗਾ? ਵਾਈਲਡ ਲਾਈਫ ਇੰਸਟੀਟਿਊਸ਼ਨ। ਠੀਕ ਆ ਜੀ। ਇਹ ਵੀ ਆਪਣਾ ਦੇਹਰਾਦੂਨ ਵਿੱਚ ਸਥਿਤ ਹੈਗਾ। ਅਤੇ ਨਵੀਂ ਦਿੱਲੀ ਵਿੱਚ ਆਪਣਾ ਹੈਗਾ ਇੱਕ ਜੀਓਗ੍ਰਾਫੀਕਲ ਪਾਰਕ। ਠੀਕ ਆ ਜੀ। ਇਹ ਕਿੱਥੇ ਹੈਗਾ? ਨਵੀਂ ਦਿੱਲੀ ਵਿੱਚ। ਅਤੇ ਹੈਦਰਾਬਾਦ ਵਿੱਚ ਆਪਣਾ ਬਾਇਓਲੋਜੀਕਲ ਪਾਰਕ, ਇਹ ਕਿੱਥੇ ਹੈਗਾ? ਹੈਦਰਾਬਾਦ ਵਿੱਚ। ਇਹ ਵੀ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 12 ਦੇਖੋ, ਬੰਗਾਲ ਦੀ ਵੰਡ ਕਦੋਂ ਹੋਈ? ਹਾਂਜੀ, ਬੰਗਾਲ ਦੀ ਵੰਡ ਹੋਈ ਸੀਗੀ ਆਪਣੀ ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਆ ਜਾਊਗਾ 1905 ਵਿੱਚ। ਠੀਕ ਆ ਜੀ। ਇੱਧਰ ਆਪਣਾ ਪੱਛਮੀ ਬੰਗਾਲ ਬਣਾਤਾ ਸੀ, ਵੈਸਟ ਬੰਗਾਲ, ਇੱਧਰ ਬਣਾਤਾ ਸੀ ਆਪਣਾ ਪੂਰਬੀ ਬੰਗਾਲ। ਠੀਕ ਆ ਜੀ। ਅੱਜ ਕੱਲ੍ਹ ਜਿਹੜਾ ਬੰਗਲਾਦੇਸ਼ ਹੈਗਾ, ਤਾਂ ਉਦੋਂ ਭਾਰਤ ਦਾ ਇੱਕ ਪ੍ਰਸ਼ਨ ਆਉਂਦਾ ਹੁੰਦਾ ਵੀ ਬੰਗਾਲ ਦੀ ਵੰਡ ਵੇਲੇ ਭਾਰਤ ਦਾ ਵਾਇਸਰਾਏ ਕੌਣ ਸੀਗਾ? ਉਹ ਸੀਗਾ ਲਾਰਡ ਕਰਜ਼ਨ। ਠੀਕ ਆ ਜੀ। ਕੌਣ ਸੀਗਾ? ਲਾਰਡ ਕਰਜ਼ਨ ਸੀਗਾ। ਇਹ ਵੀ ਨੋਟ ਕਰ ਲਓ, ਭਾਰਤ ਦਾ ਵਾਇਸਰਾਏ ਬੰਗਾਲ ਦੀ ਵੰਡ ਵੇਲੇ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 13 ਦੇਖੋ, ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ? ਹਾਂਜੀ, ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀਗਾ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜਾਊਗਾ 1845 ਵਿੱਚ ਸ਼ੁਰੂ ਹੋਇਆ ਸੀ। ਠੀਕ ਆ ਜੀ। 46 ਤੱਕ ਚੱਲਿਆ ਸੀਗਾ। ਅਤੇ ਦੂਸਰਾ ਕਦੋਂ ਹੋਇਆ ਸੀ? ਦੂਸਰਾ 48 ਤੋਂ 49 ਤੱਕ। ਇਹ ਵੀ ਨੋਟ ਕਰ ਲਓ। ਠੀਕ ਆ ਜੀ। ਪਹਿਲਾ 45 ਤੋਂ 46 ਤੱਕ ਅਤੇ ਦੂਸਰਾ 48 ਤੋਂ 49 ਤੱਕ। ਚਲੋ ਅਗਲਾ ਪ੍ਰਸ਼ਨ ਦੇਖੋ ਫਿਰ। ਪ੍ਰਸ਼ਨ ਨੰਬਰ 11 ਦੇਖੋ, ਮਨੁੱਖੀ ਸਰੀਰ ਅੰਦਰ ਵਿਟਾਮਿਨ A ਕਿੱਥੇ ਸਟੋਰ ਹੁੰਦਾ ਹੈ? ਹਾਂਜੀ, ਸਭ ਤੋਂ ਜ਼ਿਆਦਾ ਸਟੋਰ ਹੁੰਦਾ ਵਿਟਾਮਿਨ A ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਆ ਜਾਊਗਾ ਲੀਵਰ ਵਿੱਚ। ਠੀਕ ਆ ਜੀ। ਅਤੇ ਲੀਵਰ ਇੱਕ ਪ੍ਰਸ਼ਨ ਆਉਂਦਾ ਹੁੰਦਾ ਵੀ ਮਨੁੱਖੀ ਸਰੀਰ ਦਾ ਉਹ ਕਿਹੜਾ ਅੰਗ ਹੈਗਾ ਜਿਹੜਾ ਪੂਰੀ ਤਰ੍ਹਾਂ ਡੈਮੇਜ ਹੋਣ ਤੋਂ ਬਾਅਦ ਵੀ ਠੀਕ ਹੋ ਸਕਦਾ ਪੂਰੀ ਤਰ੍ਹਾਂ? ਕਿਹੜਾ ਹੈਗਾ? ਉਹ ਲੀਵਰ ਆ। ਠੀਕ ਆ ਜੀ। ਲੀਵਰ ਕੇਵਲ ਇੱਕੋ ਅੰਗ ਹੈ ਮਨੁੱਖੀ ਸਰੀਰ ਦਾ, ਜੇ ਪੂਰੀ ਤਰ੍ਹਾਂ ਖਰਾਬ ਵੀ ਹੋ ਜੇ ਤਾਂ ਵੀ ਪੂਰੀ ਤਰ੍ਹਾਂ ਬਿਲਕੁਲ 100% ਸਹੀ ਹੋ ਜਾਂਦਾ ਹੁੰਦਾ। ਠੀਕ ਆ ਜੀ। ਇਹ ਨੋਟ ਕਰ ਲਓ, ਲੀਵਰ ਆ ਉਹ ਅੰਗ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 15 ਦੇਖੋ, ਹੇਠ ਲਿਖੇ ਕਿਹੜੇ ਰਾਜਾਂ ਵਿੱਚੋਂ ਕਰਕ ਰੇਖਾ ਨਹੀਂ ਗੁਜ਼ਰਦੀ? ਹਾਂਜੀ, ਪਹਿਲਾਂ ਦੇਖੋ ਕਰਕ ਰੇਖਾ ਗੁਜ਼ਰਦੀ ਆਪਣੇ 8 ਰਾਜਾਂ ਵਿੱਚੋਂ। ਠੀਕ ਆ ਜੀ। ਤਾਂ ਇਹਨਾਂ ਵਿੱਚੋਂ ਦੇਖੀਏ ਆਪਸ਼ਨ ਨੰਬਰ ਆਪਣਾ B ਬਿਲਕੁਲ ਰਾਈਟ ਆਨਸਰ ਆ ਜਾਊਗਾ, ਮਣੀਪੁਰ ਵਿੱਚੋਂ ਨਹੀਂ ਗੁਜ਼ਰਦੀ। ਠੀਕ ਆ ਜੀ। ਕਿਹੜੇ ਕਿਹੜੇ ਰਾਜ ਵਿੱਚੋਂ ਦੀ ਗੁਜ਼ਰਦੀ ਆ? ਇੱਕ ਤਾਂ ਰਾਜਸਥਾਨ ਹੋ ਗਿਆ, ਮਣੀਪੁਰ ਹੋ ਗਿਆ, ਮਣੀਪੁਰ ਨਹੀਂ, ਤ੍ਰਿਪੁਰਾ ਹੋ ਗਿਆ ਅਤੇ ਮਿਜ਼ੋਰਮ ਹੋ ਗਿਆ। ਠੀਕ ਆ ਜੀ। ਮਣੀਪੁਰ ਵਿੱਚੋਂ ਤਾਂ ਨਹੀਂ ਗੁਜ਼ਰਦੀ। ਅਤੇ ਤੁਹਾਨੂੰ ਮੈਂ ਇੱਥੋਂ ਹੀ ਦੱਸ ਦਿੰਦਾ, ਗੁਜਰਾਤ ਵਿੱਚ ਗੁਜ਼ਰਦੀ ਹੈ। ਠੀਕ ਆ ਜੀ। ਗੁਜਰਾਤ ਵਿੱਚ ਰਾਜਸਥਾਨ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਛੱਤੀਸਗੜ੍ਹ ਹੋ ਗਿਆ, ਝਾਰਖੰਡ ਹੋ ਗਿਆ, ਅਤੇ ਇੱਥੇ ਬੰਗਾਲ ਹੋ ਗਿਆ, ਅਤੇ ਆਪਣਾ ਤ੍ਰਿਪੁਰਾ ਅਤੇ ਮਿਜ਼ੋਰਮ ਹੋ ਗਿਆ। ਠੀਕ ਆ ਜੀ। ਇਹ ਆਪਣੇ ਹੋ ਗਏ 8, ਟੋਟਲ 8 ਰਾਜਾਂ ਵਿੱਚੋਂ ਦੀ ਗੁਜ਼ਰਦੀ ਹੈ। ਠੀਕ ਆ ਜੀ। ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 16 ਦੇਖੋ, ਸੰਵਿਧਾਨ ਸਭਾ ਦਾ ਅਸਥਾਈ ਸਭਾਪਤੀ ਕੌਣ ਸੀ? ਹਾਂਜੀ, ਪਹਿਲਾਂ ਦੇਖੋ ਸੰਵਿਧਾਨ ਸਭਾ ਹੈ ਕੀ ਸੀਗੀ ਵੀ ਆਪਣਾ ਸੰਵਿਧਾਨ ਬਣਾਉਣ ਲਈ ਇੱਕ ਸਭਾ ਬਣਾਈ ਗਈ ਸੀ, ਉਹਨੂੰ ਸੰਵਿਧਾਨ ਸਭਾ ਕਹਿੰਦੇ ਆ, ਜਿਹਨੇ ਸੰਵਿਧਾਨ ਬਣਾਇਆ ਸੀ। ਠੀਕ ਆ ਜੀ। ਇਹਨੂੰ ਅੰਗਰੇਜ਼ਾਂ ਵੱਲੋਂ ਵੀ ਮਨਜ਼ੂਰੀ ਦਿੱਤੀ ਗਈ ਸੀਗੀ, ਤਾਂ ਵੀ ਸੰਵਿਧਾਨ ਸਭਾ ਬਣਾ ਲਈ ਸੀਗੀ। ਤਾਂ ਇਹਦੀ ਪਹਿਲੀ ਬੈਠਕ ਹੋਈ ਸੀਗੀ 9 ਦਸੰਬਰ, ਸੰਵਿਧਾਨ ਸਭਾ ਦੀ 9 ਦਸੰਬਰ 1946 ਨੂੰ ਪਹਿਲੀ ਬੈਠਕ ਹੋਈ ਸੀਗੀ। ਤਾਂ ਉਦੋਂ ਵਾਸਤੇ ਉਸ ਵੇਲੇ ਕੋਈ ਵੀ ਆਈਡੀਆ ਨਹੀਂ ਸੀ ਵੀ ਕਿਹਨੂੰ ਬਣਾਇਆ ਜਾਵੇ ਅਧਿਅਕਸ਼, ਕਿਹਨੂੰ ਬਣਾਇਆ ਜਾਵੇ ਸਭਾਪਤੀ, ਕਿਹਨੂੰ ਬਣਾਇਆ ਜਾਵੇ। ਤਾਂ ਸਭ ਤੋਂ ਵੱਡੀ ਉਮਰ ਦੇ ਸੀਗੇ ਸੱਚਿਆਨੰਦ ਸਿਨਹਾ, ਤਾਂ ਇਹਨਾਂ ਨੂੰ ਬਣਾਤਾ ਸੀਗਾ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜਾਊਗਾ, ਡਾਕਟਰ ਸੱਚਿਆਨੰਦ ਸਿਨਹਾ ਨੂੰ ਬਣਾਤਾ ਸੀਗਾ ਅਸਥਾਈ ਅਧਿਅਕਸ਼ ਪਹਿਲਾ। ਠੀਕ ਆ ਜੀ। 9 ਦਸੰਬਰ 1946। ਇੱਕ ਪ੍ਰਸ਼ਨ ਆਉਂਦਾ ਹੁੰਦਾ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀਗੀ? 9 ਦਸੰਬਰ 1946 ਨੂੰ ਹੋਈ ਸੀਗੀ। ਪਰ 2 ਦਿਨਾਂ ਬਾਅਦ ਹੀ 11 ਦਸੰਬਰ 1946 ਨੂੰ ਇਹਨਾਂ ਨੂੰ ਹਟਾ ਕੇ
डॉक्टर राजेंद्र प्रसाद, ठीक है जी। इन्हों स्थाई तौर पर बनाता सी सभापति, ठीक है जी। पहला स्थाई बनाया सी किन्हों डॉक्टर सत्येंद्र सिन्हा नूं, पर 2 दिन बाद ही 11 दिसंबर 1946 में जो दूजी बैठक हुई सी तो इन्हों हटा के डॉक्टर राजेंद्र प्रसाद नूं स्थाई चेयरमैन बनाता सीगा संविधान सभा का, ठीक है जी। ये नोट कर लो। चलो अगला प्रश्न देखो फिर। प्रश्न नंबर 17 देखो, नीति उद्योग का अध्यक्ष कौन होंदा है? हाँ जी, नीति उद्योग इनू पहले योजना उद्योग भी कहते थे, जो बीजेपी वाले आ गए इन्होंने नाम बदलता नीति उद्योग रखता, ठीक है जी। तो यह होंगे भी प्रधानमंत्री होंगे। ऑप्शन नंबर सी बिल्कुल राइट आंसर आ जाऊगा, प्रधानमंत्री होंगे। तो राष्ट्रपति किहदा अध्यक्ष होंगे? प्रश्न आ जाए संघ की कार्यपालिका का मुखी कौन होंगे? राष्ट्रपति होंगे, ठीक है जी। ऑप्शन नंबर ए आऊगा। उप राष्ट्रपति। राज सभा का चेयरमैन कौन होंगे? अध्यक्ष कौन होंगे? उप राष्ट्रपति होंगे। बाय डिफॉल्ट होंगे, हमेशा लिए उप राष्ट्रपति रहूगा, ठीक है जी, क्योंकि संविधान में लिखा गया है। ये भी नोट कर लो। चलो अगला प्रश्न देखो। प्रश्न नंबर 18 देखो, वाशिंग सोडा का फार्मूला की होंदा है? हाँ जी, इत्थे अपना राइट ऑप्शन आ जाऊगा ऑप्शन नंबर डी, Na2CO3 वाशिंग सोडा का फार्मूला, ठीक है जी। तुसीं पढ़ी होना गा 8वीं या 9वीं में पढ़िया होना। चलो अगला प्रश्न देखो। प्रश्न नंबर 9 देखो, किस देश नाल भारत की सब तो घट सीमा लगती है? हाँ जी, भारत की सब तो घट सीमा लगती है अपनी। ऑप्शन नंबर बी बिल्कुल राइट आंसर आ जाऊगा, अफगानिस्तान। कितनी लगती हैगी? 106 किलोमीटर की, ठीक है जी। 106 किलोमीटर की लगती हैगी। तो बांग्लादेश नाल कितनी लगती हैगी? 4096 किलोमीटर, ठीक है जी। ये भी नोट कर लो। सब तो वध किहदे नाल लगदी हैगी? बांग्लादेश नाल। सब तो घट किहदे नाल लगदी हैगी? अफगानिस्तान नाल, ठीक है जी। ये नोट कर लो। चलो अगला प्रश्न देखो। प्रश्न नंबर 20 देखो, वर्ल्ड एनवायरनमेंट डे कदों होंदा है? हाँ जी, वर्ल्ड एनवायरनमेंट डे होंदा गा अपना ऑप्शन नंबर ए बिल्कुल राइट आंसर आ जाऊगा, 5 जून नूं होंदा, ठीक है जी। 5 जून नूं मनाया जांदा गा। ते 20 जून नूं की होंदा गा? 20 जून नूं होंदा गा वर्ल्ड रिफ्यूजी डे। 21 जून नूं की होंदा गा? योगा डे, ठीक है जी। 21 जून एक दा योगा डे होंदा गा, एक म्यूजिक डे भी होंदा, ठीक है जी, 21 जून नूं। ते 1 जून नूं की होंदा गा? वर्ल्ड मिल्क डे। नोट कर लो, 1 जून नूं होंदा वर्ल्ड मिल्क डे, 21 जून नूं होंदा योगा डे ते अपना म्यूजिक डे भी होंदा गा, ते 20 जून नूं होंदा गा अपना वर्ल्ड रिफ्यूजी डे, ते 5 जून नूं होंदा अपना वर्ल्ड एनवायरनमेंट डे, ठीक है जी। ये सारी गल्लां नोट कर लेने ने। तो जिन्ने भी प्रश्न आपां कीते हैगे ये पहलां भी पेपर विच आए होए हैगे, ते बाकी पूरे चांस ने भी इस तरह के प्रश्न ही पेपर विच आउणगे। ते बाकी तुहानूं आपां जीके दीआं घट्टो घट्ट देखिए आपां 20 तो तुहाडीआं 30 क्लासां लगावांगे, उहदे विच तुहाडा जीके का सारा सिलेबस कवर कर देंगे, ठीक है जी। बस क्लास नूं डेली लगा लिया करो, जो भी वीडियो आउंदी हुंदी हैगी उहनूं ध्यान नाल देख लिया करो, तो वीडियो नूं पूरा जरूर देख लिया करो, ठीक है जी। तो वीडियो वधिया लगी हो तो लाइक जरूर कर दिया करो जी, तो चैनल नूं जरूर सबसक्राइब कर दिया करो। जे जिहड़े थोड़े यार दोस्त मित्रां ने उन्होंने भरी हैगी पोस्ट उन्हां नाल शेयर भी जरूर कर दिया करो, ठीक है जी। ये भी कर दिया करो किरपा करके। तो चलो जी फिर अज की वीडियो इत्थे ही समाप्त करते हैं, मिलांगे तुहानूं अगली वीडियो विच। तद तक लई सारिआं नूं गुड लक, धन्नवाद।